ਸਤਿ ਸ਼੍ਰੀ ਅਕਾਲ ਲੋਕਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਲੋਕਰਣ ਤੇ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ ਜੀ। ਦੋਸਤੋ, ਡਾਕਟਰ ਸਾਹਿਬ ਨਾਲ ਪੰਜਾਬ ਦੇ ਹਾਲਾਤਾਂ ਤੇ ਵਿਚਾਰ ਚਰਚਾ ਕਰਾਂਗੇ। ਪੰਜਾਬ ਦੇ ਵਿੱਚ ਚੱਲਦਾ ਕੀ ਹੈ, ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਧਰਾਤਲ ਦੇ ਉੱਤੇ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਵਾਪਰ ਰਹੀਆਂ ਨੇ, ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਖਾਸ ਕਰਕੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਕੁਛ ਅਜਿਹਾ ਹੁਣ ਮੂਵਮੈਂਟਸ ਹੈਗੀਆਂ ਨੇ ਜਿਹਦੇ ਤੋਂ ਹਰ ਇੱਕ ਨੂੰ ਇਹ ਲੱਗਦਾ ਕਿ ਆਹ ਕੁਛ ਅੱਗੇ ਜਾ ਕੇ ਥ੍ਰੈਟ ਦੇ ਰੂਪ ਦੇ ਵਿੱਚ ਕੁਛ ਸਾਹਮਣੇ ਨਾ ਆਵੇ। ਤਾਂ ਇਹਦੇ 'ਚ ਮੈਂ ਇੱਕ ਹੋਰ ਗੱਲ ਜੇਕਰ ਜੋੜਾਂ, ਜੋ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉਹਨਾਂ ਦੇ ਵਿੱਚ ਹੁਣ ਡਰ ਦਾ ਸਹਿਮ ਦਾ ਮਾਹੌਲ ਹੈ। ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਵਾਸੀ ਭਾਈਚਾਰੇ ਦੇ ਖਿਲਾਫ ਲਗਾਤਾਰ ਬੋਲਿਆ ਜਾ ਰਿਹਾ, ਉਦੋਂ ਤਾਂ ਪ੍ਰਵਾਸੀ ਭਾਈਚਾਰੇ ਨੂੰ ਲੱਗਦਾ ਕਿ ਕਿਤੇ ਸਾਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਆਵੇ। ਇਸ ਕਰਕੇ ਉਹਨਾਂ ਨੇ ਆਪਣੇ ਜਿਹੜੇ ਘਰਾਂ ਦੇ ਦਰਵਾਜ਼ੇ ਨੇ, ਘਰਾਂ ਨੂੰ ਤਾਲੇ ਲਾ ਕੇ, ਘਰਾਂ ਨੂੰ ਜਿੰਦੇ ਲਾ ਕੇ ਜਿਹੜੇ ਚਾਬੀਆਂ ਨੇ ਉਹ ਚਾਬੀਆਂ ਐਸਐਸਪੀ ਬਠਿੰਡਾ ਨੂੰ ਸੌਂਪਦੀਆਂ। ਇੱਕ ਤਾਂ ਇਹਦੇ ਤੇ ਆਪਾਂ ਡਾਕਟਰ ਸਾਹਿਬ ਨਾਲ ਵਿਚਾਰ ਚਰਚਾ ਕਰਾਂਗੇ। ਇੱਕ ਆਪਾਂ ਜਾਣਦੇ ਹਾਂ ਕਿ ਰਾਜ ਸਭਾ ਦਾ ਸੈਸ਼ਨ ਚੱਲਦਾ, 17 ਦਿਨ ਦਾ ਇਹ ਸੈਸ਼ਨ ਹੈ। 16 ਜਿਹੜੇ ਕਾਨੂੰਨ ਨੇ ਇਸ ਸੈਸ਼ਨ ਦੇ ਵਿੱਚ ਲੈ ਕੇ ਆਉਣੇ ਨੇ। ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਡਾ ਜਿਹੜੇ ਹੈਗੇ ਨੇ ਰਾਜ ਸਭਾ ਦੇ ਉਹ ਮੈਂਬਰ ਨੇ, ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਇਸ ਸਦਨ ਦੇ ਵਿੱਚ ਅੱਜ ਦੇ ਸੈਸ਼ਨ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਸ ਬੇਅਦਬੀ ਦੇ ਵਿਚਾਰ ਚਰਚਾ ਕਰਾਈ ਜਾਵੇ, ਜਿਹਦੇ ਤੇ ਚੇਅਰਮੈਨ ਸਾਹਿਬ ਨੇ ਨਾ ਕਰਤੀ, ਜੋ ਖਬਰ ਮੀਡੀਆ ਦੇ ਸਨਮੁਖ ਹੋਈ ਖਬਰ। ਇੱਕ ਇਸ ਤੋਂ ਅੱਗੇ ਜਾ ਕੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਹੈ ਜਿਹੜੀ ਜ਼ੀਰੇ ਦੇ ਵਿੱਚ ਹੈਗੀ ਹੈ, ਉਹਦੇ ਜਿਹੜਾ ਘਰਾਓ ਹੈ ਉਹ ਆਮ ਲੋਕਾਂ ਨੇ ਕੀਤਾ ਹੋਇਆ ਕਿ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਤੇ ਲੱਗੀ ਹੋਈ ਹੈ। ਹਾਈ ਕੋਰਟ ਦੇ ਨਿਯਮਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦੂਜੇ ਪਾਸੇ ਜਿਹੜਾ ਖਰਾਬਾ ਕਹਿ ਲਓ, ਮੁਆਵਜ਼ਾ ਕਹਿ ਲਓ ਉਸ ਫੈਕਟਰੀ ਦਾ, ਉਹ ਪੰਜਾਬ ਸਰਕਾਰ ਦੇ ਸਿਰ ਪੈਂਦਾ। ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਗੱਲ ਇਹ ਚੱਲਦੀ ਹੈ ਕਿ ਉਸ ਫੈਕਟਰੀ ਦੇ ਵਿੱਚ ਵੱਡਾ ਹਿੱਸਾ ਇੱਕ ਅਕਾਲੀ ਦਲ ਦੇ ਵੱਡੇ ਲੀਡਰ ਦਾ ਹੈਗਾ, ਜੋ ਸਾਬਕਾ ਐਮਐਲਏ ਵੀ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਇਸ ਤੋਂ ਗੱਲ ਸ਼ੁਰੂ ਕਰਦੇ ਹਾਂ। ਪ੍ਰਵਾਸੀ ਭਾਈਚਾਰੇ ਦੇ ਵਿੱਚ ਇੱਕ ਡਰ ਹੈ, ਉਹਨਾਂ ਦੇ ਵਿੱਚ ਇੱਕ ਸਹਿਮ ਹੈ। ਉਹ ਸੋਚਦੇ ਨੇ ਕਿ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬੁਣਿਆ ਜਾ ਰਿਹਾ, ਕਿਤੇ ਅੱਗੇ ਜਾ ਕੇ ਸਾਡੇ ਪਰਿਵਾਰ ਨੂੰ ਦਿੱਕਤਾਂ ਨਾ ਆਉਣ। ਇਸ ਕਰਕੇ ਉਹਨਾਂ ਨੇ ਸੰਕੇਤ ਮਾਤਰ ਆਪਣੇ ਘਰਾਂ ਦੀਆਂ ਜਿੰਦੇ ਲਾ ਕੇ, ਘਰਾਂ ਦੀਆਂ ਚਾਬੀਆਂ, ਦਰਵਾਜ਼ੇ ਬੰਦ ਕਰਕੇ ਜਿਹੜੀ ਚਾਬੀਆਂ ਨੇ ਉਹ ਐਸਐਸਪੀ ਸਾਹਿਬ ਨੂੰ ਸੌਂਪਤੀਆਂ। ਬਿਲਕੁਲ, ਦੇਖੋ ਇਹ ਮੈਂ ਸਮਝਦਾ ਕਿ ਇਦਾਂ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਇਹ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ 115 ਮੁਲਕਾਂ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਨੇ ਉਹ ਵਸੇ ਹੋਏ ਨੇ, ਔਰ ਉਹਨਾਂ ਦੀ ਜੇ ਮੈਂ ਗਿਣਤੀ ਦੱਸਾਂ ਤਾਂ 1 ਕਰੋੜ ਤੋਂ ਵੀ ਵੱਧ ਬਣਦੀ ਹੈ। ਇਹਦਾ ਮਤਲਬ ਹੈ ਕਿ ਇੱਕ ਵੱਡਾ ਪੰਜਾਬ ਜਿਹੜਾ ਹੈਗਾ ਵੱਖ-ਵੱਖ ਦੁਨੀਆ ਦੇ ਮੁਲਕਾਂ ਦੇ ਵਿੱਚ ਬੈਠਾ ਹੈ। ਇੰਗਲੈਂਡ ਦੇ ਵਿੱਚ ਬੈਠਾ ਹੈ, ਕੈਨੇਡਾ ਦੇ ਵਿੱਚ ਬੈਠਾ ਹੈ, ਅਮਰੀਕਾ 'ਚ ਬੈਠਾ ਹੈ, ਆਸਟ੍ਰੇਲੀਆ 'ਚ ਬੈਠਾ ਹੈ, ਯਾਨੀ ਕਿ ਹੋਰ ਵੱਡੇ ਛੋਟੇ ਮੁਲਕਾਂ ਦੇ ਵਿੱਚ ਅੱਜ ਆਪਾਂ ਸਾਰੇ ਜਾਣਦੇ ਹਾਂ। ਇਕੱਲਾ ਬੈਠਾ ਹੀ ਨਹੀਂ, ਉੱਥੇ ਉਹ ਰਾਜਨੀਤੀ ਦੇ ਵਿੱਚ ਵੀ ਸਰਗਰਮ ਨੇ। ਔਰ ਇੱਥੋਂ ਤੱਕ ਕਿ ਇੰਗਲੈਂਡ ਦੇ ਵਿੱਚ ਤਾਂ ਇੱਕ ਸਾਡਾ ਜਿਹੜਾ ਪੰਜਾਬੀ ਹੈ ਉਹ ਪ੍ਰਧਾਨ ਮੰਤਰੀ ਬਣਿਆ ਹੋਇਆ। ਔਰ ਕੈਨੇਡਾ 'ਚ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੇ ਵੱਡੇ ਉੱਚ ਅਹੁਦਿਆਂ ਦੇ ਉੱਤੇ ਸਾਡੇ ਪੰਜਾਬੀ ਕਾਰਜਸ਼ੀਲ ਨੇ। ਇਸ ਤਰ੍ਹਾਂ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਜੇਕਰ ਸਾਡੇ ਪੰਜਾਬੀ ਇੱਥੋਂ ਜਾ ਕੇ ਦੂਜੇ ਮੁਲਕਾਂ ਦੇ ਵਿੱਚ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਨੇ, ਵੱਡੇ ਅਹੁਦਿਆਂ ਦੇ ਉੱਤੇ ਰਾਜਨੀਤੀ ਦੇ ਵਿੱਚ ਪਹੁੰਚ ਸਕਦੇ ਨੇ, ਤਾਂ ਕਿਉਂ ਨਹੀਂ ਸਾਡੇ ਜਿਹੜੇ ਪ੍ਰਵਾਸੀ ਲੋਕ ਨੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆ ਕੇ, ਪਿੰਡਾਂ 'ਚ ਆ ਕੇ, ਜਿਨ੍ਹਾਂ ਦੇ ਸਿਰ ਤੇ ਸਾਡੀ ਪੰਜਾਬ ਦੀ ਇਕੋਨਮੀ ਖੜੀ ਹੈ, ਉਹ ਕਿਉਂ ਨਹੀਂ ਸ਼ਾਂਤੀ ਨਾਲ ਜਾਂ ਮਤਲਬ ਆਰਾਮ ਨਾਲ ਰਹਿ ਸਕਦੇ। ਉਹਨਾਂ ਨੂੰ ਰਹਿਣਾ ਚਾਹੀਦਾ। ਔਰ ਸਰਕਾਰ ਦੀ ਵੀ ਜ਼ਿੰਮੇਵਾਰੀ ਆ ਔਰ ਸਾਡੇ ਆਪਸੀ ਭਾਈਚਾਰੇ ਦੀ ਵੀ ਜ਼ਿੰਮੇਵਾਰੀ ਹੈ। ਪੰਜਾਬੀ ਭਾਈਚਾਰਾ ਜਿਹੜਾ ਹੈਗਾ ਕਦੇ ਵੀ ਇੱਦਾਂ ਦੀਆਂ ਗੱਲਾਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਇੱਥੇ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਉੱਤੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਕੋਈ ਗੱਲਬਾਤ ਹੋਵੇ ਤਾਂ ਕਿ ਉਹ ਆਪਣੀਆਂ ਚਾਬੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਹਵਾਲੇ ਕਰਨ। ਇੱਦਾਂ ਦੀ ਕੋਈ ਗੱਲ ਮੈਨੂੰ ਤਾਂ ਨਜ਼ਰ ਨਹੀਂ ਆ ਰਹੀ। ਹਾਂ, ਕੁਝ ਲੋਕ ਜ਼ਰੂਰ ਹੁੰਦੇ ਨੇ, ਉਹ ਹਰ ਜਗ੍ਹਾ ਹੀ ਹੁੰਦੇ ਨੇ। ਸੋ ਇਸ ਕਰਕੇ ਕੁਝ ਲੋਕਾਂ ਦੇ ਕਹਿਣ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਬਹੁਤ ਵੱਡੀ ਬਣਦੀ ਹੈ। ਔਰ ਸਰਕਾਰ, ਆਪਾਂ ਸਾਰੇ ਜਾਣਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ, ਉਹਨਾਂ ਦੀ ਰੱਖਿਆ ਕਰੇਗੀ, ਉਹਨਾਂ ਦੀ ਸੁਰੱਖਿਆ ਕਰੇਗੀ ਔਰ ਉਹਨਾਂ ਨੂੰ ਹਿਫਾਜ਼ਤ ਦੇਵੇਗੀ ਔਰ ਉਹਨਾਂ ਦੀਆਂ ਜਿਹੜੀਆਂ ਵੀ ਮੰਗਾਂ ਨੇ ਉਹਨਾਂ ਨੂੰ ਧਿਆਨ ਨਾਲ ਸੁਣ ਕੇ ਉਹਨਾਂ ਦਾ ਹੱਲ ਵੀ ਕਰੇਗੀ। ਜੇਕਰ ਉਹਨਾਂ ਨੂੰ ਕੋਈ ਇੱਦਾਂ ਦਾ ਧਮਕੀ ਆਉਂਦੀ ਹੈ, ਇੱਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਜੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਹੈਗਾ ਇਹਦਾ ਇਸ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਪੰਗੂ ਸਾਹਿਬ,
ਡਾਕਟਰ ਸਾਹਿਬ, ਰਾਜ ਸਭਾ ਦਾ ਸੈਸ਼ਨ ਚੱਲਦਾ, ਰਾਘਵ ਜੀ। ਚੱਡਾ ਹੋਰਾਂ ਵੱਲੋਂ ਇੱਕ ਕੁਐਸਚਨ ਉਠਾਇਆ ਗਿਆ ਸੀ। ਉਹ ਕੁਐਸਚਨ ਸੀ ਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਹੋਵੇ ਸਦਨ ਦੇ ਵਿੱਚ। ਕਿਹਾ ਜਾ ਰਿਹਾ ਕਿ ਚੇਅਰਮੈਨ ਸਾਹਿਬ ਵੱਲੋਂ ਟਾਈਮ ਨਹੀਂ ਦਿੱਤਾ ਗਿਆ। ਚਲੋ ਹੋ ਸਕਦਾ ਕੁਝ ਕੰਡੀਸ਼ਨਸ ਹੋਣ ਹਨਾ, ਪਰ ਜੋ ਗੱਲ ਨਿਕਲ ਕੇ ਆਈ ਹੈ ਉਹ ਗੱਲ ਇਹ ਕਿ ਟਾਈਮ ਨਹੀਂ ਦਿੱਤਾ ਗਿਆ। ਦੇਖੋ, ਇਹ ਮਾੜੀ ਗੱਲ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਜਿਹੜੇ ਵੀ ਮੁੱਦੇ ਭਖਦੇ ਮੁੱਦੇ ਹੁੰਦੇ ਆ, ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਤਾਂ ਹੀ ਵਿਚਾਰ ਚਰਚਾ ਦੇ ਵਿੱਚੋਂ ਹੀ ਕੋਈ ਲੋਕਾਂ ਦੇ ਸਾਹਮਣੇ ਜਿਹੜਾ ਸੱਚ ਹੈ ਉਹ ਸਾਹਮਣੇ ਆ ਸਕਦਾ ਹੈ। ਸੋ ਜੇਕਰ ਰਾਘਵ ਚੱਡਾ ਜੀ ਨੇ ਇਹ ਗੱਲ ਕਹੀ ਹੈ ਕਿ ਸਾਰਿਆਂ ਦੇ ਸਾਹਮਣੇ ਲਾਈਵ ਪ੍ਰੋਗਰਾਮ ਜਿਹੜਾ ਹੈਗਾ ਰਾਜ ਸਭਾ ਦਾ ਹੋਵੇ ਔਰ ਉਹਦੇ ਵਿੱਚ ਇਹਦੇ ਉੱਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ, ਔਰ ਚਰਚਾ ਦੇ ਰਾਹੀਂ ਸੱਚ ਦਾ ਸੱਚ, ਝੂਠ ਦਾ ਝੂਠ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਤਾਂ ਹੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਸਜ਼ਾਵਾਂ ਦੇਣੀਆਂ ਨੇ ਔਰ ਕਿੰਨਾਂ ਨੂੰ ਦੇਣੀਆਂ ਨੇ ਉਹ ਤਾਂ ਹੀ ਸਾਹਮਣੇ ਆ ਸਕਦੀਆਂ ਨੇ ਜੇਕਰ ਲੋਕਾਂ ਨੂੰ ਸੱਚਾਈ ਦਾ ਪਤਾ ਲੱਗੇਗਾ। ਔਰ ਸੱਚਾਈ ਦਾ ਪਤਾ ਤਾਂ ਹੀ ਲੱਗ ਸਕਦਾ ਹੈ ਜੇਕਰ ਚੇਅਰਮੈਨ ਸਾਹਿਬ ਇਹਦੀ ਇਜਾਜ਼ਤ ਦਿੰਦੇ। ਇਹ ਬਾੜੀ ਗੱਲ ਹੈ ਕਿ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਜਦੋਂ ਕਿ ਬਾਕੀ ਜਿਹੜੇ ਹੋਰ ਬੜੇ ਮੁੱਦੇ ਨੇ ਉੱਥੇ ਚਰਚਾਵਾਂ ਹੁੰਦੀਆਂ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਬੇਲੋੜੇ ਮੁੱਦੇ ਵੀ ਕਈ ਵਾਰੀ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ, ਪਰ ਇਹ ਇੱਕ ਬਹੁਤ ਇੰਪੋਰਟੈਂਟ ਮੁੱਦਾ ਹੈ ਬੇਅਦਬੀ ਦਾ, ਔਰ ਇਸ ਮੁੱਦੇ ਦੇ ਉੱਤੇ ਲਾਜ਼ਮੀ ਤੌਰ ਤੇ ਜਿਹੜੀ ਹੈਗੀ ਚਰਚਾ ਹੋਣੀ ਚਾਹੀਦੀ ਹੈ। ਵੱਖ-ਵੱਖ ਪਾਰਟੀਆਂ ਦੇ ਰਾਹੀਂ ਆਪਣਾ ਪੱਖ ਜਾਂ ਫਿਰ ਪੱਖ ਜਿਹੜਾ ਹੈਗਾ ਉਹ ਰੱਖਣਾ ਚਾਹੀਦਾ। ਸੋ ਤਾਂ ਹੀ ਜਿਹੜਾ ਹੈਗਾ ਇਹ ਸੱਚਾਈ ਤੱਕ ਪਹੁੰਚਿਆ ਜਾ ਸਕਦਾ। ਭੰਗੂ ਸਾਹਿਬ, ਡਾਕਟਰ ਸਾਹਿਬ, ਇੱਕ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਵਿਕਾਸ ਦੀ ਗੱਲ ਕਰਦੇ ਹਾਂ ਆਪਾਂ ਹਨਾ, ਵਿਕਾਸ ਹੋਵੇ, ਦੇਸ਼ ਤਰੱਕੀਆਂ ਕਰੇ। ਹੁਣ ਤਾਂ ਡਿਜੀਟਲ ਇਕਨੋਮੀ, ਡਿਜੀਟਲ ਕਰੰਸੀ ਸਾਡੀ ਦਾ ਡਿਜੀਟਲ ਸਾਰਾ ਕੁਝ ਹੈ ਨਾ ਜੀ। ਤੇ ਜੋ ਛੋਟੇ-ਛੋਟੇ ਵਪਾਰਕ ਨੇ ਜਾਂ ਛੋਟੇ-ਛੋਟੇ ਜੋ ਉਦਯੋਗ ਨੇ ਜੀ, ਉਹਨਾਂ ਦਾ ਵਿਰੋਧ ਵੀ ਲਗਾਤਾਰ ਹੁੰਦਾ ਕਿ ਇਨਵਾਇਰਨਮੈਂਟ ਨੂੰ ਲੈ ਕੇ ਇਹ ਲੋਕ ਚਿੰਤਤ ਨਹੀਂ ਹੈਗੇ, ਤੇ ਜਿੱਡੀ ਵੀ ਨਿਕਾਸੀ ਹੈ ਜਾਂ ਕੁਝ ਹੋਰ ਹੈ ਨਾ ਵੇਸਟੇਜ ਹੈਗੀ ਹੈ ਫੈਕਟਰੀਆਂ ਦੀ, ਉਹ ਇਹ ਇਸ ਹਵਾ ਦੇ ਵਿੱਚ, ਪਾਣੀ ਦੇ ਵਿੱਚ, ਨਹਿਰਾਂ ਸੂਇਆਂ ਦੇ ਵਿੱਚ ਘੋਲਣ ਤੇ ਲੱਗੇ ਹੋਏ ਨੇ। ਤੇ ਉਹਨਾਂ ਦਾ ਵਿਰੋਧ ਹੁੰਦਾ ਪੂਰੇ ਹਿੰਦੁਸਤਾਨ ਦੇ ਵਿੱਚ ਹੁੰਦਾ। ਆਪਾਂ ਇਹ ਗੱਲ ਜਾਣਦੇ ਹਾਂ। ਪੰਜਾਬ ਦੇ ਵਿੱਚ ਪਿਛਲੇ 4 ਮਹੀਨਿਆਂ ਤੋਂ ਜਿਹੜੇ ਲੋਕ ਨੇ ਉਹ ਸ਼ਰਾਬ ਫੈਕਟਰੀ ਜ਼ੀਰਾ ਜਿਹੜੀ ਹੈਗੀ ਹੈ ਉਹਨੂੰ ਘੇਰ ਕੇ ਬੈਠੇ ਨੇ। ਹਾਈ ਕੋਰਟ ਦੀਆਂ ਹਦਾਇਤਾਂ ਨੇ ਕਿ ਜਿੰਨਾ ਦਾ ਖਰਚਾ ਹੋਊਗਾ ਉਹ ਪੰਜਾਬ ਸਰਕਾਰ ਦੇ ਸਿਰ ਤੇ ਪਾਵਾਂਗੇ ਅਸੀਂ। ਪਿਛਲੇ 2 ਦਿਨਾਂ ਤੋਂ ਉੱਥੇ ਜਿਹੜੀ ਸਥਿਤੀ ਹੈ ਉਹ ਤਣਾਅਪੂਰਨ ਬਣੀ ਹੋਈ ਹੈ ਤੇ ਉਹਦੇ 'ਚ ਪੁਲਿਸ ਫੋਰਸ ਤੋਂ ਭੇਜੀ। ਲੋਕਾਂ ਨੂੰ ਲੱਗਿਆ ਕਿ ਸਾਡੇ ਤੇ ਤਸ਼ੱਦਦ ਨਾ ਹੋਵੇ ਨਾ, ਲੋਕ ਹੋਰ ਉੱਥੇ ਜੁੜਨੇ ਸ਼ੁਰੂ ਹੋ ਗਏ। ਮੀਟਿੰਗ ਵੀ ਰੱਖੀ ਗਈ, ਪਰ ਮੀਟਿੰਗ ਵੀ ਉਹ ਤਕਰੀਬਨ ਬੇਸਿੱਟੇ ਜਿਹੀ ਹੀ ਮੀਟਿੰਗ ਰਹੀ। ਕਿਵੇਂ ਤੁਸੀਂ ਮਤਲਬ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਸਰਕਾਰ, ਇੱਕ ਪਾਸੇ ਲੋਕ, ਦੂਜੇ ਪਾਸੇ ਵਪਾਰਕ ਇਕਾਈਆਂ। ਦੇਖੋ, ਸਾਡੇ ਜਿਹੜੇ ਹਿੰਦੁਸਤਾਨ ਦੀ ਕੀ ਮਾੜੀ ਗੱਲ ਹੈ ਜਾਂ ਬਦਕਿਸਮਤੀ ਇਹ ਹੈ ਕਿ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਇੱਥੇ ਫੈਕਟਰੀਆਂ ਲੱਗੀਆਂ ਨੇ ਜਾਂ ਲੱਗਣੀਆਂ ਚਾਹੀਦੀਆਂ ਨੇ, ਪਰ ਜਿਹੜੀਆਂ ਵਾਤਾਵਰਣ ਨੂੰ ਲੈ ਕੇ ਮਸਲੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ, ਉਹਨਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ। ਚਾਹੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਘਨੌਰ ਦੀ ਫੈਕਟਰੀ ਦੇਖ ਲਓ ਜਾਂ ਹੋਰ ਜਿਹੜੀਆਂ ਸ਼ਰਾਬ ਦੀਆਂ ਜਾਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਲੱਗਦੀਆਂ ਨੇ, ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਇੰਟਰਨੈਸ਼ਨਲ ਕੋਈ ਸਕੀਮਾਂ ਹੁੰਦੀਆਂ ਨੇ ਔਰ ਵਾਤਾਵਰਨ ਨੂੰ ਠੀਕ ਰੱਖਣ ਦੀਆਂ, ਉਹਨਾਂ ਦੇ ਉੱਤੇ ਕਦੇ ਬਹੁਤਾ ਕੰਮ ਜਿਹੜਾ ਹੈਗਾ ਜਾਂ ਉਹਨਾਂ ਦੇ ਉੱਤੇ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ, ਕਿਉਂਕਿ ਉਹਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਲੋਕ ਤਾਂ ਗਿੱਜੇ ਹੀ ਹੋਏ ਨੇ ਦੂਸ਼ਿਤ ਵਾਤਾਵਰਨ ਦੇ ਵਿੱਚ ਰਹਿਣਾ। ਔਰ ਇਹੀ ਕਾਰਨ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਚਾਹੇ ਉਹ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਹੋਵੇ, ਚਾਹੇ ਉਹ ਵਾਤਾਵਰਨ ਨੂੰ ਯਾਨੀ ਕਿ ਪਾਣੀ ਨੂੰ ਗੰਧਲਾ ਕਰਨ ਦਾ ਮਸਲਾ ਹੋਵੇ, ਜਾਂ ਹੋਰ ਜਿਹੜੇ ਫੈਕਟਰੀਆਂ ਦੇ ਰਾਹੀਂ ਜਿਹੜਾ ਹੈਗਾ ਧੂਏ ਦੀ ਗੱਲ ਹੋਵੇ। ਸੋ ਬਹੁਤ ਸਾਰੇ ਇਦਾਂ ਦੇ ਮਸਲੇ ਨੇ ਜਿਹੜੇ ਕਿ ਸਾਨੂੰ ਗੰਭੀਰਤਾ ਨਾਲ ਸੋਚਣੇ ਚਾਹੀਦੇ ਨੇ। ਪਰ ਜਿਹੜੇ ਨੇ ਬਹੁਤ ਸਾਰੇ ਜਿਹੜੇ ਫੈਕਟਰੀਆਂ ਦੇ ਮਾਲਕ ਹੁੰਦੇ ਆ, ਜਿਵੇਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਉਹਨਾਂ ਫੈਕਟਰੀਆਂ ਦੇ ਜਿਹੜੇ ਮਾਲਕ ਨੇ, ਜਿਹੜੀ ਹੁਣ ਗੱਲ ਆਪਾਂ ਕਰ ਰਹੇ ਹਾਂ, ਉਹਦੇ ਵਿੱਚ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਨੇ ਉਹਨਾਂ ਦਾ ਪੈਸਾ ਲੱਗਿਆ ਹੋਇਆ। ਸੋ ਇਸ ਕਰਕੇ ਕੀ ਹੁੰਦਾ ਹੈ ਕਿ ਕਾਨੂੰਨ ਨੂੰ ਜਿਹੜਾ ਹੈਗਾ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਔਰ ਜੋ ਇੱਕ ਜਿਹੜਾ ਹੈਗਾ ਉਹਦੇ ਲਈ ਬਚਾਅ ਦੇ ਕੋਈ ਸਾਧਨ ਹੋਣੇ ਚਾਹੀਦੇ ਨੇ ਵਾਤਾਵਰਨ ਨੂੰ ਬਚਾਉਣ ਦੇ, ਉਹ ਨਹੀਂ ਵਰਤੇ ਜਾਂਦੇ, ਜਿਹਦਾ ਨਤੀਜਾ ਇਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਔਰ ਆਮ ਲੋਕਾਂ, ਆਪਾਂ ਸਾਰੇ ਜਾਣਦੇ ਹਾਂ ਕਿ ਉੱਥੇ ਬਿਮਾਰੀਆਂ ਫੈਲਦੀਆਂ ਨੇ, ਜਾਂ ਉਹਨਾਂ ਦੇ ਪਸ਼ੂ ਜਿਹੜੇ ਨੇ ਕਿਤੇ ਨਾ ਕਿਤੇ ਉਹ ਵਿਚਾਰੇ ਮਾਰੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ। ਹਾਂ, ਸੋ ਇਸ ਕਰਕੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਅਸੀਂ ਜਦੋਂ ਪ੍ਰਵਾਹ ਨਹੀਂ ਕਰਦੇ ਕਾਨੂੰਨਾਂ ਦੀ, ਤਾਂ ਆਮ ਲੋਕਾਂ ਨੂੰ ਉਹਦਾ ਸਿਲਾ ਜਿਹੜਾ ਹੈਗਾ ਭੁਗਤਣਾ ਪੈਂਦਾ। ਇਹੀ ਇਸ ਫੈਕਟਰੀ ਦੇ ਵਿੱਚ ਸਾਹਮਣੇ ਆ ਰਿਹਾ ਕਿ ਫੈਕਟਰੀ ਦੇ ਵਿੱਚ ਜੋ ਕਾਨੂੰਨ ਨੇ ਵਾਤਾਵਰਨ ਨੂੰ ਕੰਟਰੋਲ ਕਰਦੇ, ਉਹ ਉਹਨਾਂ ਦੇ ਉੱਤੇ ਜਿਹੜੀ ਹੈਗੀ ਗੱਲਬਾਤ ਨਹੀਂ ਹੋਈ, ਜਾਂ ਉਹਨਾਂ ਨੂੰ ਜਿਹੜਾ ਹੈਗਾ ਦਰਕਿਨਾਰ ਕੀਤਾ ਗਿਆ।
ਜਿਹਦਾ ਨਤੀਜਾ ਆਪਾਂ ਸਾਰੇ ਜਾਣਦੇ ਹਾਂ ਕਿ ਲੋਕ ਜਿਹੜੇ ਨੇ ਭੜਕੇ ਹੋਏ ਨੇ ਔਰ ਲੋਕ ਇਹ ਚਾਹੁੰਦੇ ਨੇ ਕਿ ਫੈਕਟਰੀ ਬੰਦ ਹੋਵੇ ਔਰ ਇੱਥੋਂ ਜਿਹੜਾ ਹੈਗਾ ਇਹ ਜਾਂ ਫੈਕਟਰੀ ਜੇ ਲਾਉਣੀ ਵੀ ਹੈ ਤਾਂ ਜ਼ਰੂਰੀ ਹੈ ਕਿ ਪਿੰਡ ਤੋਂ ਬਾਹਰ ਜਾਂ ਜਿੱਥੇ ਲੋਕ ਨਹੀਂ ਰਹਿੰਦੇ ਉੱਥੇ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਇੱਦਾਂ ਦੀਆਂ ਫੈਕਟਰੀਆਂ ਲਗਾਈਆਂ ਜਾ ਸਕਦੀਆਂ ਨੇ, ਜਿੱਥੇ ਆਮ ਲੋਕ ਰਹਿੰਦੇ ਨੇ ਜਾਂ ਆਮ ਘਰਾਂ ਦੇ ਵਿੱਚ ਜਿੱਥੇ ਵਸੋਂ ਜ਼ਿਆਦਾ ਹੈ ਉੱਥੋਂ ਦੀ ਬਜਾਏ ਜਿਹੜੀ ਹੈ ਇੱਦਾਂ ਦੀਆਂ ਫੈਕਟਰੀਆਂ ਹੁੰਦੀਆਂ ਨੇ ਉਹ ਸਗੋਂ ਬਾਹਰ ਜਿਹੜੀ ਹੈਗੀ ਹੈ ਪਿੰਡ ਤੋਂ ਬਾਹਰ ਜਾਂ ਉਸ ਥਾਂ ਦੇ ਉੱਤੇ ਜਿੱਥੇ ਲੋਕ ਨਹੀਂ ਰਹਿੰਦੇ ਉੱਥੇ ਜਿਹੜੀ ਹੈਗੀ ਹੈ ਇੱਦਾਂ ਦੀਆਂ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ, ਨਾ ਕਿ ਜਿਹੜਾ ਹੈਗਾ ਜਿੱਥੇ ਸ਼ਹਿਰੀ ਇਲਾਕੇ ਵਿੱਚ ਜਾਂ ਜਿੱਥੇ ਪੇਂਡੂ ਇਲਾਕੇ ਦੇ ਵਿੱਚ ਜਿੱਥੇ ਲੋਕ ਆਮ ਰਹਿੰਦੇ ਨੇ। ਸੋ ਇਸ ਕਰਕੇ ਉੱਥੇ ਦਿੱਕਤ ਆਉਣੀ ਹੈ। ਸੋ ਇਹੀ ਦਿੱਕਤ ਜੀਰੇ ਵਾਲੀ ਫੈਕਟਰੀ ਦੇ ਵਿੱਚ ਆ ਰਹੀ ਹੈ, ਲੋਕਾਂ ਨੂੰ ਕਾਫੀ ਪਿਛਲੇ ਲੰਬੇ ਸਮੇਂ ਤੋਂ ਤੰਗ ਨੇ। ਸੋ ਉਹ ਤੰਗੀ ਤਾਂ ਹੀ ਦੂਰ ਹੋ ਸਕਦੀ ਹੈ ਜੇਕਰ ਉਹ ਫੈਕਟਰੀ ਜਿਹੜੀ ਹੈਗੀ ਹੈ ਉਹਨਾਂ ਨਿਯਮਾਂ ਦੇ ਮੁਤਾਬਕ ਕੰਮ ਕਰੇ, ਜਿਹੜੇ ਨਿਯਮ ਜਿਹੜੇ ਨੇ ਉਹ ਇੰਟਰਨੈਸ਼ਨਲ ਨਿਯਮ ਨੇ, ਤਾਂ ਕਿ ਉਹ ਵਾਤਾਵਰਣ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ। ਕਿਸਾਨਾਂ ਦੀ ਵੀ ਖਬਰ ਲੈ ਲੈਣੇ ਡਾਕਟਰ ਸਾਹਿਬ ਆਪਾਂ। ਕਿਸਾਨਾਂ ਵੱਲੋਂ ਵੀ ਕਾਫੀ ਟੋਲ ਪਲਾਜ਼ੇ ਫ੍ਰੀ ਕਰਤੇ ਗਏ, ਖਾਸ ਕਰਕੇ ਜਿਹੜੀ ਮਾਝੇ ਦੀ ਇੱਕ ਵੱਡੀ ਜਥੇਬੰਦੀ ਹੈ ਸਰਬਣ ਸਿੰਘ ਪੰਧੇਰ ਜਨਰਲ ਸਕੱਤਰ ਨੇ, ਜਿਹਦੇ ਸਤਨਾਮ ਸਿੰਘ ਬੰਨੋ ਹੋਰੀ ਪ੍ਰਧਾਨ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈਗੀ ਹੈ, ਤੇ ਉੱਥੇ ਵੀ ਪੰਜਾਬ ਸਰਕਾਰ ਨੇ ਸਮਾਂ ਤਾਂ ਦਿੱਤਾ, ਕਹਿੰਦੇ ਆਓ ਗੱਲਬਾਤ ਕਰੋ, ਪਰ ਦੇਖੋ ਚਲੋ ਅੱਗੇ ਕੀ ਬਣਦਾ। ਪਰ ਟੋਲ ਪਲਾਜ਼ੇ ਕਾਫੀ ਫ੍ਰੀ ਕਰਤੇ ਉਹਨਾਂ ਨੇ, ਕਹਿੰਦੇ 1 ਮਹੀਨੇ ਲਈ ਫ੍ਰੀ ਚੱਲਣਗੇ ਟੋਲ ਪਲਾਜ਼ੇ। ਦੇਖੋ ਮੈਂ ਇਹ ਕਹਿਣਾ ਕਿ ਜਿਵੇਂ ਭਗਵੰਤ ਮਾਨ ਹੋਰੀ ਪਿਛਲੇ ਲੰਬੇ ਸਮੇਂ ਤੋਂ, ਚਾਹੇ ਧੂਰੀ ਵਾਲਾ ਟੋਲ ਪਲਾਜ਼ਾ ਹੋਵੇ, ਚਾਹੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਹੋਰ ਗੁਰਦਾਸਪੁਰ ਏਰੀਏ ਦੇ ਵਿੱਚ ਟੋਲ ਪਲਾਜ਼ਾ ਜਿਹੜਾ ਸੀਗਾ ਉਹ ਵੀ ਸਰਕਾਰ ਦੇ ਜਿਹੜਾ ਸੀਗਾ ਯਾਨੀ ਕਿ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਪਿਛਲਾ ਸਮਝੌਤਾ ਹੋਇਆ ਸੀਗਾ ਇਹਨਾਂ ਕੰਪਨੀਆਂ ਦੇ ਨਾਲ ਉਹਨੂੰ ਰੱਦ ਕੀਤਾ। ਸੋ ਇਸ ਕਰਕੇ ਇਹ ਸਰਕਾਰ ਦਾ ਵੀ ਇੱਕ ਜਿਹੜਾ ਹੈਗਾ ਫਰਜ਼ ਬਣਦਾ ਹੈ ਔਰ ਜੋ ਇਸ ਵੇਲੇ ਟੋਲ ਪਲਾਜ਼ੇ ਉਹਨਾਂ ਦਾ ਸਮਾਂ ਖਤਮ ਹੋ ਚੁੱਕਿਆ ਔਰ ਬੇਲੋੜੇ ਟੋਲ ਪਲਾਜ਼ੇ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਸਾਰੇ ਲਗਭਗ 8 ਜਾਂ 9 ਜਾਂ ਇੱਥੋਂ ਤੱਕ 10% ਅਸੀਂ ਜਦੋਂ ਕੋਈ ਵੀ ਵਹੀਕਲ ਖਰੀਦਦੇ ਹਾਂ ਤਾਂ ਰੋਡ ਟੈਕਸ ਪਹਿਲਾਂ ਹੀ ਦੇ ਦਿੰਦੇ ਹਾਂ। ਸੋ ਜੇਕਰ ਸਾਡੇ ਤੋਂ ਪਹਿਲਾਂ ਹੀ ਰੋਡ ਟੈਕਸ ਲਿਆ ਜਾ ਰਿਹਾ ਹੈ ਤਾਂ ਟੋਲ ਪਲਾਜ਼ਿਆਂ ਦਾ ਤਾਂ ਕੋਈ ਮਕਸਦ ਬਣਦਾ ਹੀ ਨਹੀਂ ਹੈ। ਸੋ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਟੋਲ ਪਲਾਜ਼ੇ ਜਿਨ੍ਹਾਂ ਦਾ ਸਮਾਂ ਹੁਣ ਖਤਮ ਹੋ ਚੁੱਕਿਆ ਹੈ ਉਹ ਸਾਰੇ ਟੋਲ ਪਲਾਜ਼ੇ ਜਿਹੜੇ ਨੇ ਬੰਦ ਹੋਣੇ ਚਾਹੀਦੇ। ਲੋਕਾਂ ਦੇ ਉੱਤੇ ਬੋਝ ਨੇ ਔਰ ਇੱਥੋਂ ਤੱਕ ਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਇਹ ਸਰਕਾਰਾਂ ਦੀ ਡਿਊਟੀ ਬਣਦੀ ਹੈ ਕਿ ਉਹ ਸੜਕਾਂ ਦੀ ਜਿਹੜੀ ਹੈਗੀ ਹੈ ਰੋਕਥਾਮ, ਜਿਹੜੀ ਹੈਗੀ ਹੈ ਸੜਕਾਂ ਦਾ ਜੋ ਵਿਵਸਥਾ ਹੈ ਉਹ ਕਰਨ ਔਰ ਉਹਨਾਂ ਨੂੰ ਕਲੀਅਰ ਕਰਾਉਣ, ਉਹਨਾਂ ਦਾ ਜਿਹੜਾ ਰੋਕਥਾਮ ਦਾ ਜਾਂ ਉਹਨਾਂ ਨੂੰ ਪ੍ਰੋਪਰ ਮੇਨਟੇਨ ਕਰਨ ਦਾ ਜਿਹੜਾ ਫਰਜ਼ ਹੈ ਉਹ ਸਰਕਾਰਾਂ ਦਾ ਵੀ ਬਣਦਾ ਹੈ ਔਰ ਸੈਂਟਰ ਸਰਕਾਰ ਦਾ ਖਾਸ ਤੌਰ ਤੇ, ਕਿਉਂਕਿ ਅਸੀਂ ਜਦੋਂ ਵੀ ਕੋਈ ਵਹੀਕਲ ਲੈਣਾ ਤਾਂ ਸੈਂਟਰ ਸਰਕਾਰ ਦੇ ਕੋਲ ਉਹ ਪੈਸਾ ਜਿਹੜਾ ਹੈਗਾ ਰੋਡ ਟੈਕਸ ਦੇ ਰਾਹੀਂ ਜਾਂਦਾ ਹੈ। ਸੋ ਕਈ ਵਾਰੀ ਆਪਾਂ ਸਾਰੇ ਜਾਣਦੇ ਹਾਂ ਕਿ ਤੇਲ ਨਾਲੋਂ ਵੱਧ ਖਰਚਾ ਜਿਹੜਾ ਹੈਗਾ ਉਹ ਟੋਲ ਪਲਾਜ਼ਿਆਂ ਦਾ ਹੋ ਜਾਂਦਾ ਹੈ। ਸੋ ਇਸ ਕਰਕੇ ਮਾਨ ਸਾਹਿਬ ਜਿਹੜੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਔਰ ਜਿਵੇਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਜਿਹੜੇ ਟੋਲ ਪਲਾਜ਼ਾ ਨੇ ਉਹ ਬੰਦ ਕਰਾਵਾਂਗੇ ਔਰ ਜਿਹੜਾ ਵੀ ਪੈਸਾ ਵਾਧੂ ਗਿਆ ਹੋਇਆ ਉਹਨਾਂ ਵੱਲ, ਇਹਨਾਂ ਕੰਪਨੀਆਂ ਵੱਲ, ਉਹ ਸਗੋਂ ਸਰਕਾਰ ਨੂੰ ਉਹਨਾਂ ਤੋਂ ਵਾਪਸ ਲੈਣਾ ਚਾਹੀਦਾ ਹੈ ਔਰ ਲੋਕਾਂ ਤੋਂ ਟੋਲ ਪਲਾਜ਼ਾ ਜਿਹੜਾ ਹੈਗਾ ਕਈ ਗੁਣਾ ਵੱਧ ਜਿਹੜਾ ਲਿਆ ਗਿਆ ਉਹ ਵਾਪਸ ਕਰਕੇ ਉਹ ਲੋਕਾਂ ਦੇ ਉੱਤੇ ਲੱਗਣਾ ਚਾਹੀਦਾ। ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ। ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਅੱਜ ਦੇ ਖਾਸ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਤੁਸੀਂ ਹਰ ਵਾਰ ਦੀ ਤਰ੍ਹਾਂ ਜਿਹੜੀ ਤੁਹਾਡੀ ਫੀਡਬੈਕ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਣ ਪੰਜਾਬੀ ਦੇ ਨਾਲ। ਧੰਨਵਾਦ।